ਅੱਜ ਆਪਾਂ 10th ਕਲਾਸ ਦਾ 4th ਚੈਪਟਰ ਦਾ ਲਾਸਟ ਪਾਰਟ 3 ਜਿਹੜਾ ਕਰਨ ਜਾ ਰਹੇ ਆ। ਇਹ ਤੁਹਾਡੀ ਲਾਸਟ ਐਕਸਰਸਾਈਜ਼ ਦਾ ਪਾਰਟ ਹੈ, ਜਿਹਦੇ ਵਿੱਚ ਤੁਹਾਨੂੰ ਆ 3 ਚੀਜ਼ਾਂ ਦਾ ਖਿਆਲ ਰੱਖਣਾ ਆ। ਜੇ ਆਪਾਂ ਪਤਾ ਕਰਦੇ ਸੀ ਨਾ ਪਹਿਲਾਂ b² - 4ac, ਉਹ ਪੂਰਾ ਫਾਰਮੂਲਾ ਲਗਾਉਂਦੇ ਸੀ, ਉਹਦੇ ਵਿੱਚ ਅੰਡਰ ਦੀ ਰੂਟ ਦੇ ਵਿੱਚ ਆਹ ਚੀਜ਼ ਆਉਂਦੀ ਸੀਗੀ। ਹੁਣ ਸਿਰਫ ਇਸੇ ਚੀਜ਼ ਦਾ ਖਿਆਲ ਰੱਖਣਾ ਆ ਕਿ ਇਹ ਜਿਹੜੀ ਚੀਜ਼ ਆ ਗ੍ਰੇਟਰ ਦੈਨ 0 ਆ, ਮਤਲਬ ਇਹਦੇ ਵਿੱਚ ਜਦੋਂ ਤੁਸੀਂ ਵੈਲਿਊਜ਼ ਪੁੱਟ ਕਰੋਗੇ ਉਸ ਤੋਂ ਬਾਅਦ ਗ੍ਰੇਟਰ ਦੈਨ 0 ਆਉਂਦਾ ਆ, ਲੈਸ ਦੈਨ 0 ਆਉਂਦਾ ਜਾਂ ਇਜ਼ ਇਕੁਅਲ ਟੂ 0 ਆਉਂਦਾ। ਉਹਦੇ ਹਿਸਾਬ ਦੇ ਨਾਲ ਹੀ ਪਿੱਛੇ ਜਿਹੜੇ ਕੁਐਸਚਨ ਦੇ ਅੱਗੇ ਵਧਣਾ, ਉਹਦੇ ਹਿਸਾਬ ਦੇ ਨਾਲ। ਜਾਣੀ ਕਿ ਅਗਰ ਗ੍ਰੇਟਰ ਦੈਨ 0 ਆਇਆ ਤਾਂ 2 ਡਿਸਟਿੰਕਟ ਰੂਟ ਹੋ ਜਾਣੇ, ਜਾਣੀ ਕਿ ਵੱਖਰੇ ਵੱਖਰੇ ਰੂਟ, 2 ਅਲੱਗ-ਅਲੱਗ ਤਰ੍ਹਾਂ ਦੀਆਂ ਵੈਲਿਊਜ਼ ਆਉਣੀਆਂ ਆ। ਅਗਰ ਇਜ਼ ਇਕੁਅਲ ਟੂ 0 ਆਇਆ ਤਾਂ 2 ਰੂਟ ਆਉਣੇ, ਉਹ ਵੀ ਇੱਕੋ ਜਿਹੇ ਰੂਟ, ਮਤਲਬ ਜਿਹੜਾ ਸਾਡਾ ਆਨਸਰ ਆਉਂਦਾ ਆ। ਜਦੋਂ ਲੈਸ ਦੈਨ 0 ਆਇਆ ਉਹਦਾ ਮਤਲਬ ਕਿ ਅੱਗੇ ਕੁਐਸਚਨ ਕਰਨਾ ਹੀ ਨਹੀਂ ਆ, ਉੱਥੇ ਹੀ ਤੁਹਾਡਾ ਕੁਐਸਚਨ ਖਤਮ ਹੋ ਜਾਣਾ। ਪੰਜਾਬੀ ਮੀਡੀਅਮ ਵਾਲਿਆਂ ਦੀ ਬੁੱਕ ਦੇ ਵਿੱਚ ਵੀ ਬਿਲਕੁਲ ਇਹ ਦਿੱਤਾ ਹੋਇਆ ਆ, 2 ਭਿੰਨ-ਭਿੰਨ ਵਾਸਤਵਿਕ ਮੂਲ ਹੁੰਦੇ ਹਨ। ਭਿੰਨ-ਭਿੰਨ ਵਾਸਤਵਿਕ ਮੂਲ ਮਤਲਬ 2 ਤਰ੍ਹਾਂ ਦੇ ਆਨਸਰ ਆਉਂਦੇ, ਜਿੱਦਾਂ x = ਦੇ 2 ਆਨਸਰ ਆਉਂਦੇ ਸੀਗੇ ਨਾ, ਉਸੇ ਤਰ੍ਹਾਂ ਅਗਰ ਆਹ ਵਾਲੀ ਵੈਲਿਊ ਹੋਵੇ, ਅਗਰ ਇਕੁਅਲ ਹੋਵੇ ਤਾਂ ਇਜ਼ ਇਕੁਅਲ ਟੂ 0 ਹੋਵੇ ਤਾਂ ਇੱਕੋ ਜਿਹੇ ਬਰਾਬਰ ਆਉਂਦੇ ਆ। ਅਗਰ ਲੈਸ ਦੈਨ 0 ਹੋਵੇ ਤਾਂ ਕੋਈ ਵਾਸਤਵਿਕ ਮੂਲ ਨਹੀਂ ਹੈ, ਮਤਲਬ ਕਿ ਕੋਈ ਵੀ ਉਹਦਾ ਆਨਸਰ ਅੱਗੇ ਨਹੀਂ ਕੱਢਣਾ, ਉੱਥੇ ਹੀ ਉਹ ਕੁਐਸਚਨ ਖਤਮ ਹੋ ਜਾਂਦਾ ਆ। ਠੀਕ ਹੈ, ਹੁਣ ਇਸੇ ਤਰ੍ਹਾਂ ਆਪਾਂ ਆਹ ਕੁਐਸਚਨ ਜਿਹੜੇ ਦਿੱਤੇ ਹੋਏ ਆ, 2 ਕੁਐਸਚਨ ਆ, ਇਹਨਾਂ ਕੁਐਸਚਨ ਨੂੰ ਚੈੱਕ ਕਰਕੇ ਦੇਖਦੇ ਆ ਕਿ ਇਹਨਾਂ ਦੀ ਕਿੱਦਾਂ ਦੀ ਵੈਲਿਊ ਆਉਂਦੀ ਆ। ਹੁਣ ਆਹ ਚੀਜ਼ ਕੱਢਣ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚ ABC ਕਿਹੜੀ ਆ। ਤਾਂ ਤੁਹਾਨੂੰ ਪਤਾ ਹੀ ਆ, A ਹੈਗੀ ਆ ਸਾਡੇ ਕੋਲ 2, B ਹੈਗੀ ਆ ਸਾਡੇ ਕੋਲ -3 ਔਰ C ਹੈਗੀ ਸਾਡੇ ਕੋਲ 5। ਆਹੀ ਚੀਜ਼ ਆ। ਹੁਣ ਇਹ ਨਾ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਕੇ ਦੇਖਦੇ, ਜਾਣੀ ਕਿ b² - 4ac ਇਹ ਕਿੰਨਾ ਆਉਂਦਾ ਆ। b² ਮਤਲਬ ਕਿੰਨਾ, -3 ਦਾ ਸਕੁਅਰ -4 ਇੰਟੂ A ਦੀ ਵੈਲਿਊ ਹੈਗੀ 2, C ਦੀ ਵੈਲਿਊ ਹੈਗੀ ਆ 5। ਇਹਨੂੰ ਸੋਲਵ ਕਰੋ। -3 ਦਾ ਸਕੁਅਰ ਕਿੰਨਾ ਹੋ ਗਿਆ, 9, ਕਿਉਂਕਿ ਮਾਈਨਸ 2 ਵਾਰੀ ਆ ਗਈ ਤਾਂ ਪਲੱਸ ਚੇਂਜ ਹੋ ਗਿਆ। ਮਾਈਨਸ ਇਹਨੂੰ ਮਲਟੀਪਲਾਈ ਕਰੋ, 4 ਨੂੰ ਜਦੋਂ 5 ਦੇ ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ 20, 20 ਨੂੰ ਜਦੋਂ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ 40। ਠੀਕ ਹੈ, ਤਾਂ ਜਦੋਂ ਤੁਸੀਂ 40 ਦੇ ਵਿੱਚੋਂ 9 ਜਦੋਂ ਮਾਈਨਸ ਕਰਦੇ ਆ ਤਾਂ ਤੁਹਾਡੇ ਕੋਲ ਵੈਲਿਊ ਆ ਜਾਂਦੀ ਆ ਮਾਈਨਸ ਦੇ 29, ਸੌਰੀ ਮਾਈਨਸ ਦੇ ਆ ਜਾਂਦੇ ਆ ਤੁਹਾਡੇ ਕੋਲ 31। ਠੀਕ ਹੈ, ਮਾਈਨਸ ਦੇ 31 ਤੁਹਾਡੇ ਕੋਲ ਵੈਲਿਊ ਆ ਜਾਂਦੀ ਆ। ਹੁਣ ਦੇਖੋ ਇਹਦੀ ਵੈਲਿਊ ਆ ਗਈ ਮਾਈਨਸ ਦੀ, ਜਾਣੀ ਕਿ b² - 4ac ਦੀ ਵੈਲਿਊ -31 ਆ ਗਈ। ਹੁਣ -31 ਮਤਲਬ ਆ ਲਾਸਟ ਵਾਲੀ ਚੀਜ਼ ਫੋਲੋ ਕਰ ਰਹੀ ਆ ਇਹ ਜਾਣੀ ਕਿ ਵੈਲਿਊ ਜਿਹੜੀ ਆ 0 ਤੋਂ ਛੋਟੀ ਆ ਗਈ। ਅਗਰ 0 ਤੋਂ ਛੋਟੀ ਆ ਗਈ ਇਹਦਾ ਮਤਲਬ ਕੀ ਆ, ਨੋ ਰੀਅਲ ਰੂਟ। ਬਸ ਇਹ ਕੁਐਸਚਨ ਇੱਥੇ ਹੀ ਖਤਮ ਹੋ ਗਿਆ, ਇਹਨੂੰ ਅੱਗੇ ਸੋਲਵ ਨਹੀਂ ਕਰਨਾ। ਨੈਕਸਟ ਚੈੱਕ ਕਰਦੇ ਹਾਂ, b² - 4ac ਇਜ਼ ਇਕੁਅਲ ਟੂ ਕਿਹਦੇ ਬਰਾਬਰ ਆਊਗਾ। ਪਹਿਲਾਂ ਤਾਂ ਦੇਖ ਲਓ ABC ਕਿਹਦੇ ਬਰਾਬਰ ਹੈ। A ਹੈਗਾ 2 ਦੇ, B ਹੈਗਾ -6 ਦੇ ਔਰ C ਹੈਗਾ ਤੁਹਾਡੇ ਕੋਲ 3 ਦੇ ਬਰਾਬਰ। ਠੀਕ ਹੈ, ਪੁੱਟ ਕਰ ਦਿਓ ਵੈਲਿਊ। b² ਮਤਲਬ -6 ਦਾ ਸਕੁਅਰ -4 × 2 × 3। ਠੀਕ ਹੈ, ਸੋਲਵ ਕਰੋ ਇਹਨੂੰ। 6 ਦਾ ਸਕੁਅਰ ਕਿੰਨਾ ਹੋ ਗਿਆ, 36 ਮਾਈਨਸ 4 ਨੂੰ 2 ਨਾਲ ਕੀਤਾ 8, 8 ਨੂੰ ਜਦੋਂ 3 ਨਾਲ ਕੀਤਾ ਤਾਂ ਕਿੰਨਾ ਆ ਜਾਊਗਾ, 24। ਠੀਕ ਹੈ, ਹੁਣ ਤੁਸੀਂ ਇਹਨੂੰ ਮਾਈਨਸ ਕਰੋ। 36 ਦੇ ਵਿੱਚੋਂ 24 ਜਦੋਂ ਮਾਈਨਸ ਕੀਤੇ, 6 ਦੇ ਵਿੱਚੋਂ 4 ਗਏ 2 ਔਰ 3 ਚੋਂ 1 ਗਏ 12। ਹੁਣ ਜਿਹੜੇ 12 ਆ ਇਹ ਆ ਗਏ ਪਲੱਸ ਦੇ, ਜਾਣੀ ਕਿ ਇਹ ਕਿੰਨੀ ਵੈਲਿਊ ਆ ਗਈ, ਗ੍ਰੇਟਰ ਦੈਨ 0 ਆ ਗਈ। ਗ੍ਰੇਟਰ ਦੈਨ 0 ਮਤਲਬ ਫਸਟ ਵਾਲੀ ਚੀਜ਼, 2 ਡਿਸਟਿੰਕਟ ਰੂਟ ਆ, ਅਲੱਗ-ਅਲੱਗ 2 ਰੂਟ ਆਉਣੇ ਇਹਦੇ। ਤਾਂ ਇਸ ਤੋਂ ਅੱਗੇ ਕਿੱਦਾਂ ਕੁਐਸਚਨ ਕਰਨਾ, ਪਹਿਲਾਂ ਇੱਥੇ ਲਿਖ ਦਿਓ ਕੀ ਆ ਗਿਆ, 2 ਡਿਸਟਿੰਕਟ ਰੂਟ। ਆਹ ਚੀਜ਼ ਇਹਦਾ ਆਨਸਰ ਆ ਗਿਆ। ਹੁਣ ਇਸ ਤੋਂ ਅੱਗੇ ਸੋਲਵ ਹੋਣਾ ਹੈ। ਜਦੋਂ 2 ਅਲੱਗ ਰੂਟ ਆ ਗਏ ਤਾਂ ਰੂਟ ਉਹ ਕੱਢ ਕੇ ਦਿਖਾਉਣੇ ਆ। ਕੱਢ ਕੇ ਦਿਖਾਉਣ ਦੇ ਲਈ ਤੁਹਾਡੇ ਕੋਲ ਉਹੀ ਫਾਰਮੂਲਾ ਆ, x ਇਜ਼ ਇਕੁਅਲ ਟੂ ਕਿਹੜਾ ਸੀਗਾ, -b ਪਲੱਸ ਮਾਈਨਸ ਅੰਡਰ ਦੀ ਰੂਟ b² - 4ac ਡਿਵਾਈਡ 2a। ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦਿਓ। -b ਦੀ ਵੈਲਿਊ ਕਿੰਨੀ ਸੀਗੀ ਤੁਹਾਡੇ ਕੋਲ, -6 ਪਲੱਸ ਮਾਈਨਸ ਅੰਡਰ ਦੀ ਰੂਟ। ਦੇਖੋ ਹੁਣ ਤੁਹਾਨੂੰ ਆਹ ਚੀਜ਼ ਸੋਲਵ ਕਰਨ ਦੀ ਜ਼ਰੂਰਤ ਨਹੀਂ ਪੈਣੀ, ਤੁਸੀਂ ਆਲਰੇਡੀ ਸੋਲਵ ਕਰ ਚੁੱਕੇ। ਇਹਦੀ ਵੈਲਿਊ 12 ਆਉਂਦੀ ਸੀਗੀ, ਤਾਂ ਇੱਥੇ ਹੈਗੀ 12 ਡਿਵਾਈਡ 2 ਮਲਟੀਪਲਾਈ a ਕਿੰਨਾ ਹੈ 2। ਇਹਨੂੰ ਸੋਲਵ ਕਰ ਲਓ, ਕਿੰਨਾ ਗਿਆ 6 ਪਲੱਸ ਮਾਈਨਸ। ਹੁਣ ਅੰਡਰ ਦੀ ਰੂਟ 12 ਤਾਂ ਕੋਈ ਐਗਜ਼ੈਕਟ ਵੈਲਿਊ ਹੁੰਦੀ ਨਹੀਂ ਅੰਡਰ ਰੂਟ ਦੀ, ਤਾਂ ਇਹਨੂੰ ਸੋਲਵ ਕਰਨ ਦੇ ਲਈ ਆਪਾਂ ਕੀ ਕਰਾਂਗੇ, ਆਹ ਛੋਟੀਆਂ ਕਲਾਸਾਂ ਦੇ ਵਿੱਚ LCM HCF ਜਦੋਂ ਤੁਸੀਂ ਕੱਢਦੇ ਸੀ ਤਾਂ ਕੀਤਾ ਹੋਣਾ। ਇਹਨੂੰ ਸੋਲਵ ਕਰ ਲਓ। ਪਹਿਲਾਂ 2 ਤੇ ਗਿਆ 6 ਆ ਗਿਆ, ਫਿਰ 2 ਤੇ ਗਿਆ 3 ਆ ਗਿਆ, ਫਿਰ 3 ਤੇ ਗਿਆ 1, ਜਾਣੀ ਕਿ ਜਿਹੜੀਆਂ 2 ਚੀਜ਼ਾਂ ਆਈਆਂ ਉਹ ਬਾਹਰ ਨਿਕਲ ਗਿਆ, ਜਿਹੜੀ ਸਿੰਗਲ ਆਈ ਉਹ ਵਿੱਚ ਆ ਗਈ। ਠੀਕ ਹੈ,
ਆ ਚੀਜ਼ ਆ ਗਈ ਤੁਹਾਡੇ ਕੋਲ। ਹੁਣ ਦੇਖੋ 6 ਔਰ 2 ਦੋਨੇ ਇੱਕੋ ਹੀ ਟੇਬਲ ਤੇ ਜਾਂਦੇ ਆ ਨਾ, ਤਾਂ ਇਹਦਾ ਮਤਲਬ 2 ਜਿਹੜਾ ਉਹ ਕਾਮਨ ਆ ਗਿਆ ਦੋਨਾਂ ਦੇ ਵਿੱਚੋਂ। ਔਰ ਬ੍ਰੈਕਟ 'ਚ ਕੀ ਬਚਿਆ 3 ਪਲੱਸ ਮਾਈਨਸ ਅੰਡਰ ਦੀ ਰੂਟ 3 ਡਿਵਾਈਡ 4। ਇਹ ਮੈਂ ਤਾਂ ਕਾਮਨ ਕੱਢਿਆ ਕਿਉਂਕਿ ਨੀਚੇ 4 ਸੀ ਔਰ 2 ਦੇ ਟੇਬਲ ਦੇ ਉੱਤੇ ਡਿਵਾਈਡ ਹੋ ਜਾਂਦਾ ਸੀ। ਠੀਕ ਹੈ, ਤਾਂ ਕਿੰਨਾ ਆਨਸਰ ਆ ਗਿਆ 3 ਪਲੱਸ ਮਾਈਨਸ ਅੰਡਰ ਦੀ ਰੂਟ 3 ਡਿਵਾਈਡ 2। ਆ ਚੀਜ਼ ਆ ਗਈ ਇਹਦਾ ਆਨਸਰ। ਹੁਣ x ਦੀ ਕਿਹੜੀ ਵੈਲਿਊ ਆ ਗਈ? ਇੱਕ ਆ ਗਈ 3 ਪਲੱਸ ਅੰਡਰ ਦੀ ਰੂਟ 3 ਡਿਵਾਈਡ 2, ਦੂਸਰੀ ਵੈਲਿਊ ਆ ਗਈ 3 ਮਾਈਨਸ ਅੰਡਰ ਦੀ ਰੂਟ 3 ਡਿਵਾਈਡ 2। ਦੋ ਡਿਸਟਿੰਕਟ ਉਹਨੇ ਕੀ ਕਿਹਾ ਸੀ? 2 ਡਿਸਟਿੰਕਟ ਮਤਲਬ ਅਲੱਗ-ਅਲੱਗ ਰੂਟ, ਤਾਂ 2 ਅਲੱਗ-ਅਲੱਗ ਰੂਟ ਇਹਦੇ ਆਨਸਰ ਆ ਗਿਆ। ਠੀਕ ਹੈ, ਇਸੇ ਤਰੀਕੇ ਦੇ ਨਾਲ ਜਦੋਂ ਆਹ ਵੈਲਿਊ ਆਊਗੀ ਤਾਂ ਅੱਗੇ ਇੱਦਾਂ ਸੋਲਵ ਕਰ ਦੇਣਾ। ਨਾਓ ਨੈਕਸਟ ਕੁਐਸਚਨ ਹੈ ਤੁਹਾਡਾ, ਉਹ ਕੀ ਕਹਿ ਰਿਹਾ ਆ, ਅਗਰ ਇੱਦਾਂ ਦਾ ਕੁਐਸਚਨ ਆ ਜਾਵੇ, ਇੱਕ ਅੱਧੇ ਨੰਬਰ 'ਚ ਆਉਣਾ ਇਹ ਕੁਐਸਚਨ, ਫਾਈਂਡ ਦਾ ਵੈਲਿਊ ਆਫ ਕੇ ਦੀ ਵੈਲਿਊ ਫਾਈਂਡ ਕਰਨੀ ਆ, ਜਿੱਥੇ ਉਹਨੇ ਸਾਨੂੰ ਹੁਣ ਕੰਡੀਸ਼ਨ ਦਿੱਤੀ ਹੋਈ ਆ। ਉਹ ਕੀ ਕਹਿ ਰਿਹਾ 2 ਇਕੁਅਲ ਰੂਟ ਜਿਹੜੀ ਹੈ ਇਹਦੀ ਇਕੁਏਸ਼ਨ ਆ। ਠੀਕ ਹੈ, ਹੁਣ 2 ਇਕੁਅਲ ਰੂਟ ਵਾਲੀ ਇਕੁਏਸ਼ਨ ਤੁਹਾਨੂੰ ਪਹਿਲਾਂ ਹੀ ਪਤਾ ਸੀ। 2 ਇਕੁਅਲ ਰੂਟ ਵਾਲੀ ਇਕੁਏਸ਼ਨ ਸੀਗੀ b² ਮਾਈਨਸ 4ac ਇਜ਼ ਇਕੁਅਲ ਟੂ 0। ਇਹਦੋਂ 2 ਇਕੁਏਸ਼ਨ ਇਕੁਅਲ ਆਉਂਦੀਆਂ ਸੀਗੀਆਂ, ਤਾਂ ਇਹਨੂੰ ਸੋਲਵ ਕਰਨ ਦੇ ਲਈ ਪਹਿਲਾਂ ਤਾਂ ਦੇਖ ਲਓ ABC ਕੀ ਆ। A ਤੁਹਾਡੇ ਕੋਲ 2 ਆ, B ਤੁਹਾਡੇ ਕੋਲ K ਦੇ ਬਰਾਬਰ ਹੈ, ਕਿਉਂਕਿ ਜਿਹੜਾ ਵੇਰੀਏਬਲ ਹੋਵੇ ਉਹਦੇ ਮੋਹਰੇ ਜਿਹੜਾ ਅੱਖਰ ਲੱਗਾ ਹੁੰਦਾ ਉਹ B ਹੁੰਦਾ। C ਇਜ਼ ਇਕੁਅਲ ਟੂ 3 ਆ। ਠੀਕ ਹੈ, ਤਾਂ ਸਾਡੇ ਕੋਲ ਕੀ ਸੀਗਾ 2 ਇਕੁਅਲ ਰੂਟ ਆ, 2 ਇਕੁਅਲ ਰੂਟ। ਇਹ ਕੰਡੀਸ਼ਨ ਤੁਹਾਨੂੰ ਦਿੱਤੀ ਆ, ਮਤਲਬ b² ਮਾਈਨਸ 4ac ਇਜ਼ ਇਕੁਅਲ ਟੂ 0। ਬਸ ਕੁਛ ਨਹੀਂ ਕਰਨਾ, ਇਹਦੇ ਵਿੱਚ ਵੈਲਿਊ ਪੁੱਟ ਕਰ ਦੇਣੀ। b ਦੇ ਮਤਲਬ k ਦਾ ਸਕੁਅਰ, ਕਿਉਂਕਿ b ਦੀ ਜਗ੍ਹਾ ਤੇ k ਆ, ਮਾਈਨਸ 4a ਦੀ ਵੈਲਿਊ ਹੈਗੀ 2, c ਦੀ ਵੈਲਿਊ ਹੈਗੀ 3 ਇਜ਼ ਇਕੁਅਲ ਟੂ 0। k ਦਾ ਸਕੁਅਰ ਮਾਈਨਸ ਮਲਟੀਪਲਾਈ ਕਰੋ ਇਹਨੂੰ, 4 ਨੂੰ 2 ਨਾਲ ਮਲਟੀਪਲਾਈ ਕੀਤਾ 8, 8 ਨੂੰ 3 ਨਾਲ ਕੀਤਾ 24 ਇਜ਼ ਇਕੁਅਲ ਟੂ 0। k ਦਾ ਸਕੁਅਰ ਇਜ਼ ਇਕੁਅਲ ਟੂ 24, ਕਿਉਂਕਿ ਇੱਧਰ ਮਾਈਨਸ ਦਾ ਸੀ, ਦੂਸਰੇ ਪਾਸੇ ਜਾ ਕੇ ਉਹ ਪਲੱਸ ਦਾ ਹੋ ਗਿਆ। ਸਕੁਅਰ ਹਟਾਇਆ, ਇੱਧਰਲੇ ਪਾਸੇ ਅੰਡਰਰੂਟ ਪੈ ਗਿਆ। ਹੁਣ ਅੰਡਰਰੂਟ ਸੋਲਵ ਕਰਨ ਦਾ ਤਰੀਕਾ ਉਹੀ ਆ, 24 ਨੂੰ ਪਹਿਲਾਂ 2 ਤੇ ਕਰੋ 12 ਆ ਗਿਆ, ਫਿਰ 2 ਤੇ ਕੀਤਾ 6, ਫਿਰ 2 ਤੇ ਕੀਤਾ 3, ਫਿਰ 3 ਤੇ ਕੀਤਾ 1। ਆਹ ਤਾਂ ਬਹੁਤ ਛੋਟੀ ਕਲਾਸ ਦਾ ਟੌਪਿਕ ਆ, ਇਹ ਤੁਸੀਂ ਖੁਦ ਕਰ ਲੈਣਾ। k ਇਜ਼ ਇਕੁਅਲ ਟੂ ਜਿਹੜੇ 2 ਪੇਅਰ ਬਣਦੇ ਆ ਉਹ ਬੋਰੇ ਰੱਖ ਲਿਆ, ਜਿਹੜੇ ਪੇਅਰ ਨਹੀਂ ਬਣਦੇ ਉਹਨਾਂ ਨੂੰ ਮਲਟੀਪਲਾਈ ਕਰਕੇ ਵਿੱਚ ਲਿਖਤਾ। ਠੀਕ ਹੈ, 2 ਅੰਡਰ ਦੀ ਰੂਟ 6 ਪਲੱਸ ਮਾਈਨਸ। ਓਕੇ, ਸਾਡੇ ਕੋਲ k ਦੀ ਵੈਲਿਊ ਆ ਗਈ 2 ਪਲੱਸ ਮਾਈਨਸ 2 ਅੰਡਰ ਦੀ ਰੂਟ 6। ਦੈਟਸ ਇਟ। ਆਹ ਤੁਹਾਡਾ ਆਨਸਰ ਆ। k ਦੀ ਵੈਲਿਊ ਤੁਸੀਂ ਕੱਢਣੀ ਸੀ, k ਦੀ ਵੈਲਿਊ ਆ ਗਈ। ਹੁਣ ਇੱਕ ਹੋਰ ਕੁਐਸਚਨ ਦੇਖ ਲੈਂਦੇ ਆ, ਕੀ ਕਹਿ ਰਿਹਾ ਆ, ਇਜ਼ ਇਟ ਪੋਸੀਬਲ ਟੂ ਡਿਜ਼ਾਈਨ ਅ ਰੈਕਟੈਂਗਲ। ਕਹਿੰਦਾ ਕੀ ਤੁਸੀਂ ਇੱਦਾਂ ਦੀ ਇੱਕ ਰੈਕਟੈਂਗਲ ਡਿਜ਼ਾਈਨ ਕਰ ਸਕਦੇ ਹੋ, ਰੈਕਟੈਂਗੂਲਰ ਪਾਰਕ ਆਫ ਅ ਪੈਰਾਮੀਟਰ, ਜਿਹਦਾ ਪੈਰਾਮੀਟਰ, ਜਾਣੀ ਕਿ ਪੰਜਾਬੀ ਵਾਲੇ ਸਟੂਡੈਂਟ ਕਹਿੰਦੇ ਆ ਪੈਰਾਮੀਟਰ ਨੂੰ ਪਰਿਮਾਪ, ਜਿਹਦਾ ਪਰਿਮਾਪ ਜਾਣੀ ਪੈਰਾਮੀਟਰ 8 ਮੀਟਰ ਹੋਵੇ ਔਰ ਏਰੀਆ ਮਤਲਬ ਖੇਤਰਫਲ 400 ਮੀਟਰ ਸਕੁਅਰ ਦਿੱਤਾ ਹੋਵੇ। ਜਿਹਦੇ ਪਿੱਛੇ ਮੀਟਰ ਸਕੁਅਰ ਹੋਵੇ ਨਾ, ਸਕੁਅਰ ਦੇ ਵਿੱਚ ਯੂਨਿਟ ਹਮੇਸ਼ਾ ਏਰੀਏ ਦੇ ਹੁੰਦੇ ਆ। ਠੀਕ ਹੈ, ਤਾਂ ਉਹਦੀ ਲੈਂਥ ਤੇ ਬ੍ਰੈਥ ਆਪਾਂ ਫਾਈਂਡ ਕਰਨੀ ਆ। ਹੁਣ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੋ ਚੀਜ਼ ਆਪਾਂ ਫਾਈਂਡ ਕਰਨੀ ਹੁੰਦੀ ਆ ਉਹੀ ਚੀਜ਼ ਆਪਾਂ ਅਸਿਊਮ ਕਰਦੇ ਆ। ਇਹਦਾ ਮਤਲਬ ਲੈਟ ਦਾ ਲੈਂਥ ਹੋ ਗਈ ਮੇਰੇ ਕੋ L, ਤੇ ਮੇਰੇ ਕੋ ਬ੍ਰੈਥ ਕਿੰਨੀ ਆਪਾਂ ਮੰਨ ਲਈ, ਉਹ ਮੈਂ ਮੰਨ ਲਈ B। ਠੀਕ ਹੈ, ਲੈਂਥ ਤੇ ਬ੍ਰੈਥ ਮੰਨ ਲਈ। ਹੁਣ ਤੁਹਾਨੂੰ ਪੈਰਾਮੀਟਰ, ਹੁਣ ਰੈਕਟੈਂਗਲ ਦਾ ਪੈਰਾਮੀਟਰ, ਇਹ ਤੁਹਾਨੂੰ ਫਾਰਮੂਲਾ ਆ। ਪੈਰਾਮੀਟਰ ਦੇਖ ਲਓ, ਰੈਕਟੈਂਗਲ ਦਾ ਜਿਹੜਾ ਉਹ ਪੈਰਾਮੀਟਰ ਹੁੰਦਾ ਹੈ 2 ਲੈਂਥ ਪਲੱਸ ਬ੍ਰੈਥ। ਆਹ ਫਾਰਮੂਲਾ ਤੁਹਾਨੂੰ ਚੇਤੇ ਰੱਖਣਾ ਪੈਣਾ। ਠੀਕ ਹੈ, ਤੇ ਰੈਕਟੈਂਗਲ ਦਾ ਏਰੀਆ ਜਿਹੜਾ ਹੁੰਦਾ ਹੈ ਉਹ ਹੁੰਦਾ ਲੈਂਥ ਮਲਟੀਪਲਾਈ ਬ੍ਰੈਥ। ਆਹ ਏਰੀਆ ਹੁੰਦਾ ਹੈ। ਇਹ ਤੁਹਾਨੂੰ 2 ਫਾਰਮੂਲੇ ਇਸ ਕੁਐਸਚਨ ਦੇ ਵਿੱਚ ਯੂਜ਼ ਹੋਣੇ ਆ। ਹੁਣ ਉਹਨੇ ਕੀ ਕਿਹਾ, ਕਹਿੰਦਾ ਪੈਰਾਮੀਟਰ ਜਿਹੜਾ ਆ, ਜਾਣੀ ਕਿ P ਪੈਰਾਮੀਟਰ ਸਾਨੂੰ ਗਿਵਨ ਹੈ, ਇਹ ਚੀਜ਼ ਪੈਰਾਮੀਟਰ ਜਿਹੜੀ ਆ ਉਹ 80 ਮੀਟਰ ਆ। ਠੀਕ ਹੈ, ਪੈਰਾਮੀਟਰ ਕਿੰਨਾ ਹੁੰਦਾ ਆ ਉਹ ਸਾਡੇ ਕੋਲ ਫਾਰਮੂਲਾ ਹੈਗਾ, ਤਾਂ ਫਾਰਮੂਲੇ ਦੀ ਵੈਲਿਊ ਪੁੱਟ ਕਰ ਦਿਓ, ਕਿੰਨਾ 2 ਲੈਂਥ ਪਲੱਸ ਬ੍ਰੈਥ ਇਜ਼ ਇਕੁਅਲ ਟੂ 80। 2 ਇੱਧਰ ਮਲਟੀਪਲਾਈ ਆ, ਦੂਸਰੇ ਪਾਸੇ ਜਾ ਕੇ ਕੀ ਹੋ ਜਾਏਗਾ, ਇਹ ਡਿਵਾਈਡ ਹੋ ਜਾਏਗਾ, ਤਾਂ ਕੈਂਸਲ ਹੋ ਕੇ ਕਿੰਨਾ ਆ ਗਿਆ, ਲੈਂਥ ਪਲੱਸ ਬ੍ਰੈਥ ਇਜ਼ ਇਕੁਅਲ ਟੂ 40। ਠੀਕ ਹੈ, ਨਾਓ ਕਿੰਨਾ ਸੀਗਾ, ਲੈਂਥ ਪਲੱਸ ਬ੍ਰੈਥ ਇਜ਼ ਇਕੁਅਲ ਟੂ 40। ਹੁਣ ਆਪਾਂ ਇੱਥੋਂ ਵੈਲਿਊ ਕੱਢ ਲੈਣੇ, ਜਾਂ ਤਾਂ ਤੁਸੀਂ ਲੈਂਥ ਦੀ ਵੈਲਿਊ ਕੱਢ ਲਓ ਤਾਂ ਵੀ ਠੀਕ ਆ, ਜਾਂ ਤੁਸੀਂ ਇੱਥੋਂ ਬ੍ਰੈਥ ਦੀ ਵੈਲਿਊ ਕੱਢ ਲਓ ਤਾਂ ਵੀ ਤੁਹਾਡਾ ਕੁਐਸਚਨ ਬਿਲਕੁਲ ਸੇਮ ਟੂ ਸੇਮ ਹੀ ਆਏਗਾ। ਹੁਣ ਕੋਈ ਵੀ ਮੈਂ ਬ੍ਰੈਥ ਦੀ ਵੈਲਿਊ ਕੱਢ ਲੈਣੀ ਆ, ਉਹ ਆ ਜਾਣੀ ਆ 40 ਮਾਈਨਸ L। ਠੀਕ ਹੈ, ਇਹ ਸਾਡੇ ਕੋਲ ਬ੍ਰੈਥ ਦੀ ਵੈਲਿਊ ਆ ਗਈ।
ਹੁਣ ਦੇਖੋ ਤੁਹਾਨੂੰ ਪਤਾ ਆ ਏਰੀਆ ਕਿਹਦੇ ਬਰਾਬਰ ਹੈ ਆ ਤੁਸੀਂ ਹੁਣੇ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਏਰੀਆ ਇਜ਼ ਇਕੁਅਲ ਟੂ ਲੈਂਥ ਮਲਟੀਪਲਾਈ ਬ੍ਰੈਥ ਇਸ ਫਾਰਮੂਲੇ ਦੇ ਵਿੱਚ ਪੁੱਟ ਕਰ ਦਿਓ ਔਰ ਏਰੀਆ ਤੁਹਾਨੂੰ ਦਿੱਤਾ ਹੋਇਆ 400 ਮੀਟਰ ਸਕੁਅਰ ਉਹ ਤੁਸੀਂ ਇਜ਼ ਇਕੁਅਲ ਟੂ ਦੇ ਵਿੱਚ ਲਿਖ ਦੇਣਾ ਏਰੀਆ ਕਿਹਦੇ ਬਰਾਬਰ ਆ ਸਾਡੇ ਕੋਲ 400 ਆ ਉਹਨੇ ਗਿਵਨ ਦਿੱਤਾ ਹੋਇਆ ਆ ਸਾਨੂੰ ਠੀਕ ਹੈ ਏਰੀਆ ਦੀ ਵੈਲਿਊ ਪੁੱਟ ਕਰੋ ਜਾਣੀ ਕਿ ਲੈਂਥ ਮਲਟੀਪਲਾਈ ਬ੍ਰੈਥ ਇਜ਼ ਇਕੁਅਲ ਟੂ 400 ਆ ਚੀਜ਼ ਹੋ ਗਈ ਲੈਂਥ ਦੀ ਵੈਲਿਊ ਤਾਂ ਐਲ ਹੀ ਸੀ ਬ੍ਰੈਥ ਦੀ ਵੈਲਿਊ ਦੇਖੋ ਆ ਮੈਂ ਹੁਣੇ ਕੱਢੀ ਇਹਦੇ ਵਿੱਚ ਪੁੱਟ ਕਰੋ ਮਲਟੀਪਲਾਈ ਦਾ ਮਤਲਬ ਬ੍ਰੈਕਟ ਪਾ ਦਿਓ ਮਲਟੀਪਲਾਈ ਪਾ ਦਿਓ ਇੱਕੋ ਹੀ ਗੱਲ ਹੈ 40 ਮਾਈਨਸ ਐਲ ਇਜ਼ ਇਕੁਅਲ ਟੂ 400 ਠੀਕ ਹੈ ਐਲ ਨੂੰ ਅੰਦਰ ਮਲਟੀਪਲਾਈ ਕਰੋ ਕਿੰਨਾ ਆ ਗਿਆ 40l ਮਾਈਨਸ ਐਲ ਦਾ ਸਕੁਅਰ ਇਜ਼ ਇਕੁਅਲ ਟੂ 400 ਠੀਕ ਹੈ ਹੁਣ ਆ ਕੱਲੀ ਕੱਲੀ ਚੀਜ਼ ਚੱਕ ਕੇ ਦੂਸਰੇ ਪਾਸੇ ਲੈ ਕੇ ਜਾਣੀ ਬਰਾਬਰ ਤੋਂ ਹੁਣ ਮਾਈਨਸ ਐਲ ਦੇ ਸਕੁਅਰ ਨੂੰ ਜਦੋਂ ਬਰਾਬਰ ਤੋਂ ਦੂਸਰੇ ਪਾਸੇ ਲੈ ਕੇ ਗਏ ਤਾਂ ਕਿੰਨਾ ਬਣ ਗਿਆ ਇਹ ਕੱਲੀ ਐਲ ਦਾ ਸਕੁਅਰ ਆ ਗਿਆ ਕਿਉਂਕਿ ਮਾਈਨਸ ਦੀ ਸੀ ਦੂਜੇ ਪਾਸੇ ਜਾ ਕੇ ਪਲੱਸ ਦੀ ਹੋ ਗਈ ਆ ਪਲੱਸ ਦੀ ਸੀ ਦੂਸਰੇ ਪਾਸੇ ਜਾ ਕੇ ਮਾਈਨਸ ਦੀ ਹੋ ਗਈ ਆ ਆਲਰੇਡੀ ਇੱਧਰ ਪਲੱਸ ਦਾ ਪਿਆ ਸੀ ਇਜ਼ ਇਕੁਅਲ ਟੂ 0 ਠੀਕ ਹੈ ਆ ਤੁਹਾਡੇ ਕੋਲ ਇਕੁਏਸ਼ਨ ਬਣ ਗਈ ਹੁਣ ਇਸ ਇਕੁਏਸ਼ਨ ਨੂੰ ਤੁਸੀਂ ਸੋਲਵ ਕਰਨਾ ਆ ਉਸੇ ਤਰੀਕੇ ਦੇ ਨਾਲ ਜਿਹੜਾ ਮੈਥਡ ਉਹ ਕਹਿੰਦਾ ਇਹ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਇਹੀ ਉਹਨੇ ਪੁੱਛਿਆ ਸੀ ਇਜ਼ ਇਟ ਪੋਸੀਬਲ ਹੁਣ ਉਹ ਪੋਸੀਬਲ ਹੈ ਜਾਂ ਨਹੀਂ ਹੈ ਉਹ ਆਪਾਂ ਫਾਰਮੂਲਾ ਯੂਜ਼ ਕਰਾਂਗੇ b² ਮਾਈਨਸ 4ac ਇਹਦੀ ਵੈਲਿਊ ਕਿੰਨੀ ਆਉਂਦੀ ਇਹ ਤੋਂ ਉਹਨੇ ਪਤਾ ਕਰਨਾ ਕਿ ਇਹ ਯੂਜ਼ ਹੋ ਸਕਦੀ ਆ ਕਿ ਨਹੀਂ ਹੋ ਸਕਦੀ ਉਹ ਟ੍ਰਾਇੰਗਲ ਬਣਦੀ ਕਿ ਨਹੀਂ ਬਣਦੀ ਹੁਣ ਦੇਖੋ a ਦੀ ਵੈਲਿਊ ਵਿੱਚ ਕਿੰਨੀ ਆ ਮਤਲਬ ਇੱਥੇ x ਸਕੁਅਰ ਅੱਗੇ ਹੁੰਦਾ ਸੀ l ਵੀ ਹੋ ਸਕਦਾ b ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸਕੁਅਰ ਵਾਲੀ ਟਰਮ ਤੋਂ ਮੋਰੇ ਜਿਹੜੀ ਲੱਗੀ ਹੋਵੇ ਉਹੀ a ਦੀ ਵੈਲਿਊ ਹੁੰਦੀ ਆ ਇਹਦਾ ਮਤਲਬ ਜਦੋਂ ਕੁਝ ਵੀ ਨਹੀਂ ਮੋਰੇ ਲੱਗਾ ਇਹਦਾ ਮਤਲਬ ਉਹ 1 ਆ b ਦੀ ਵੈਲਿਊ ਤੁਹਾਡੇ ਕੋਲ ਕਿੰਨੀ ਮਾਈਨਸ ਦਾ 40 ਔਰ c ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ 400 ਠੀਕ ਹੈ ਇਹਦੇ ਵਿੱਚ ਪੁੱਟ ਕਰ ਦਿਓ ਪੁੱਟ ਕਰੋਗੇ ਤਾਂ b ਦਾ ਸਕੁਅਰ ਮਤਲਬ ਮਾਈਨਸ 40 ਦਾ ਸਕੁਅਰ ਮਾਈਨਸ 4 ਇੰਟੂ a ਦੀ ਵੈਲਿਊ ਹੈਗੀ 1 ਔਰ c ਦੀ ਵੈਲਿਊ ਹੈਗੀ ਆ 400 ਠੀਕ ਹੈ ਇਹਨੂੰ ਤੁਸੀਂ ਸੋਲਵ ਕਰੋਗੇ ਸੋਲਵ ਕਰਕੇ ਤੁਹਾਡੇ ਕੋਲ ਕਿੰਨਾ ਆ ਗਿਆ 40 ਦਾ ਸਕੁਅਰ ਮਤਲਬ ਕਿੰਨਾ ਹੋ ਗਿਆ 1600 ਮਾਈਨਸ 4 ਨੂੰ 1 ਨਾ ਕਰੋਗੇ ਮਲਟੀਪਲਾਈ ਤਾਂ 4 ਹੀ ਆ ਜਾਏਗਾ ਜਦੋਂ 4 ਨਾ ਕਰਾਂਗੇ ਤਾਂ ਇਹ ਵੀ 1600 ਆ ਗਿਆ ਜਾਣੀ ਕਿ ਇਜ਼ ਇਕੁਅਲ ਟੂ 0 ਆ ਗਈ ਹੁਣ ਇਜ਼ ਇਕੁਅਲ ਟੂ 0 ਵਾਲੀ ਕੰਡੀਸ਼ਨ ਸਾਡੇ ਕੋਲ ਕੀ ਸੀਗੀ ਕਿ ਉਹਦੇ ਇਕੁਅਲ ਰੂਟ ਬਣਦੇ ਪਏ ਅਗਰ ਤੁਹਾਨੂੰ ਯਾਦ ਹੋਵੇ ਤਾਂ b² ਮਾਈਨਸ 4ac ਇਜ਼ ਇਕੁਅਲ ਟੂ 0 ਮਤਲਬ ਕੀ ਆ 2 ਇਕੁਅਲ ਰੂਟ ਦੋ ਇੱਕੋ ਜਿਹੇ ਰੂਟ ਬਣਦੇ ਪਏ ਆ ਅਗਰ ਦੋ ਇੱਕੋ ਜਿਹੇ ਰੂਟ ਬਣਦੇ ਪਏ ਆ ਤਾਂ ਤੁਸੀਂ ਇੱਥੇ ਲਿਖ ਦੇਣਾ 2 ਇਕੁਅਲ ਰੂਟਸ ਠੀਕ ਹੈ ਅਗਰ 2 ਇਕੁਅਲ ਰੂਟਸ ਆ ਤਾਂ ਬਸ ਫਿਰ ਇਹ ਤੋਂ ਬਾਅਦ ਆਪਣਾ ਫਾਰਮੂਲਾ ਲਗਾ ਲਓ ਜਿਹੜਾ ਤੁਸੀਂ ਲਗਾਉਣੇ ਹੀ ਹੁੰਨੇ ਆ ਕਿਉਂਕਿ ਇੱਥੇ l ਇਜ਼ ਇਕੁਅਲ ਟੂ ਮੈਂ ਤਾਂ ਲਿਖਿਆ ਕਿਉਂਕਿ ਇੱਥੇ x ਨਹੀਂ ਹੈਗੀ ਇੱਥੇ l ਹੀ ਦਿੱਤੀ ਹੋਈ ਸੀ ਮਾਈਨਸ b ਪਲੱਸ ਮਾਈਨਸ ਅੰਡਰ ਦੀ ਰੂਟ b² ਮਾਈਨਸ 4ac ਡਿਵਾਈਡ 2a ਫਾਰਮੂਲਾ ਬਿਲਕੁਲ ਸੇਮ ਟੂ ਸੇਮ ਆ ਮਾਈਨਸ b ਦੀ ਵੈਲਿਊ ਕਿੰਨੀ ਆ ਮਾਈਨਸ ਦਾ 40 ਪਲੱਸ ਮਾਈਨਸ ਅੰਡਰ ਦੀ ਰੂਟ ਦੇਖੋ ਇਹਨੂੰ ਸੋਲਵ ਨਹੀਂ ਕਰਨਾ ਹੁਣ ਇਹਨੂੰ ਸੋਲਵ ਤੁਸੀਂ ਆਲਰੇਡੀ ਕੀਤਾ ਹੋਇਆ ਔਰ ਉਹਦੀ ਵੈਲਿਊ 0 ਆਈ ਆ ਸਿੱਧਾ ਪੁੱਟੇ ਹੀ ਕਰਨਾ ਇੱਥੇ ਡਿਵਾਈਡ 2a a ਦੀ ਵੈਲਿਊ ਕਿੰਨੀ ਆ ਤੁਹਾਡੇ ਕੋਲ 1 ਠੀਕ ਹੈ ਇੱਥੇ ਕਿੰਨਾ ਆ ਗਿਆ 40 ਪਲੱਸ ਮਾਈਨਸ 0 ਡਿਵਾਈਡ 2 l ਦੀ ਵੈਲਿਊ ਕਿੰਨੀ ਆ ਗਈ ਇੱਕ ਵਾਰੀ 40 ਪਲੱਸ 0 ਡਿਵਾਈਡ 2 ਇੱਕ ਵਾਰੀ ਆ ਗਈ 40 ਮਾਈਨਸ 0 ਡਿਵਾਈਡ 2 ਦੇਖੋ ਇੱਕੋ ਜਿਹਾ ਰੂਟ ਮੈਂ ਤੁਹਾਨੂੰ ਜ਼ਿਆਦਾ ਡਿਟੇਲ 'ਚ ਸੋਲਵ ਕਰਕੇ ਦਿਖਾਇਆ ਤੁਸੀਂ ਇੱਕ ਵਾਰੀ ਕਰੋਗੇ ਤਾਂ ਵੀ ਚੱਲੇਗਾ ਲੇਕਿਨ ਤੁਹਾਨੂੰ ਲਿਖਣੇ 2 ਵਾਰੀ ਪੈਣੇ ਆ ਕਿਉਂਕਿ ਉਹਨਾਂ ਨੇ ਕੀ ਲਿਖਿਆ 2 ਇਕੁਅਲ ਰੂਟਸ ਆ ਠੀਕ ਹੈ ਤਾਂ l ਦੀ ਵੈਲਿਊ ਕਿੰਨੀ ਆ ਗਈ 40 ਡਿਵਾਈਡ 2 ਕੈਂਸਲ ਕਰੋ ਤਾਂ ਕਿੰਨਾ ਆ ਗਿਆ 20 ਇੱਥੇ ਵੀ l ਦੀ ਵੈਲਿਊ ਕਿੰਨੀ ਆ ਗਈ 40 ਡਿਵਾਈਡ 2 ਕਿਉਂਕਿ 0 ਪਲੱਸ ਕਰਾਂਗੇ ਜਾਂ ਮਾਈਨਸ ਕਰਾਂਗੇ ਕੋਈ ਫਰਕ ਨਹੀਂ ਪੈਣਾ ਇਕੁਏਸ਼ਨ ਨੂੰ ਤਾਂ l ਦੇ ਜਿਹੜੇ ਦੋ ਇਕੁਅਲ ਡਿਸਟਿੰਕਟ ਰੂਟ ਆਏ ਉਹ ਕਿੰਨੇ ਆਏ 20 ਮੀਟਰ ਓਕੇ ਜੀ l ਦੀ ਵੈਲਿਊ ਆ ਗਈ 20 ਮੀਟਰ ਹੁਣ ਕੀ ਕੱਢਣੀ ਆ ਤੁਸੀਂ ਉੱਥੋਂ ਬ੍ਰੈਥ ਕੱਢਣੀ ਆ ਦੇਖੋ ਬ੍ਰੈਥ ਦੀ ਵੈਲਿਊ ਤੁਹਾਨੂੰ ਆਲਰੇਡੀ ਆਹ ਚੀਜ਼ ਸੀਗੀ ਤੁਹਾਡੇ ਕੋਲ ਆਹ ਚੀਜ਼ ਸੀਗੀ ਤਾਂ ਇੱਥੇ ਤੁਸੀਂ ਪੁੱਟ ਕਰੋ ਬ੍ਰੈਥ ਦੀ ਵੈਲਿਊ ਕਿੰਨੀ ਆ ਗਈ 40 ਮਾਈਨਸ 20 ਇਜ਼ ਇਕੁਅਲ ਟੂ ਕਿੰਨਾ ਆ ਗਿਆ 20 ਮੀਟਰ ਲੈਂਥ ਵੀ 20 ਆਈ ਔਰ ਬ੍ਰੈਥ ਵੀ ਤੁਹਾਡੇ ਕੋਲ 20 ਮੀਟਰ ਹੀ ਆਈ ਠੀਕ ਹੈ ਮੈਂ ਇਸ ਇਕੁਏਸ਼ਨ ਦੇ ਵਿੱਚ ਵੈਲਿਊ l ਦੀ ਪੁੱਟ ਕਰਕੇ b ਬ੍ਰੈਥ ਵੀ ਜਿਹੜੀ ਕੱਢ ਲਈ ਇਹੀ ਤੁਹਾਡਾ ਕੁਐਸਚਨ ਸੀਗਾ ਇਸ ਕੁਐਸਚਨ ਦੇ ਵਿੱਚ ਮੇਨ ਇੰਪੋਰਟੈਂਟ ਚੀਜ਼ ਸਿਰਫ ਆਹੀ ਆ ਕਿ ਆਹ ਤੁਹਾਡੀ ਜਿਹੜੀ ਇਹਨਾਂ ਦੀ ਵੈਲਿਊ ਕਿੰਨੀ ਆਉਂਦੀ ਉਸ ਹਿਸਾਬ ਦੇ ਨਾਲ ਹੀ ਤੁਹਾਡਾ ਕੁਐਸਚਨ ਸੋਲਵ ਹੋਏਗਾ ਅੱਗੇ ਤੋਂ ਠੀਕ ਹੈ ਅਗਰ ਕੋਈ ਫਿਰ ਵੀ ਕਿਸੇ ਕੁਐਸਚਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਜਾਂ ਇਕੁਏਸ਼ਨ ਨਹੀਂ ਬਣਾਉਣੀ ਆ ਰਹੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੁਐਸਚਨ ਸੋਲਵ ਕਰਾ ਦਿੱਤਾ ਜਾਏਗਾ ਥੈਂਕ ਯੂ